Hello students, today's topic is my favorite book. ਸੋ ਇਸ ਟੌਪਿਕ ਦੇ ਲਈ ਆਪਾਂ ਨੂੰ ਕਿ ਡਿਫਰੈਂਟ ਆਈਡੀਆ ਲੈਣ ਦੀ ਜ਼ਰੂਰਤ ਨਹੀਂ ਹੈ ਬੇਟਾ। ਜੋ ਆਪਾਂ ਆਪਣੀ ਕੋਰਸ ਬੁੱਕ ਦੇ ਵਿੱਚ ਰੀਡ ਕਰ ਚੁੱਕੇ ਹਾਂ ਨਾ ਕਿ ਚੈਪਟਰ ਈਸੋਪਸ ਫੇਬਲ, ਦੇਖੋ ਆਪਾਂ ਉਹਦੇ ਤੋਂ ਆਈਡੀਆ ਲੈ ਲੈਂਦੇ ਹਾਂ ਔਰ ਆਪਣਾ ਟੌਪਿਕ ਕੰਪਲੀਟ ਕਰ ਦਿੰਦੇ ਹਾਂ। ਸੋ ਲੈਟਸ ਸਟਾਰਟ। ਬੀਇੰਗ ਅ ਸਟੂਡੈਂਟ ਆਈ ਯੂਜ਼ਲੀ ਰਿਮੇਨ ਬਿਜ਼ੀ ਵਿਦ ਮਾਈ ਟੈਕਸਟ ਬੁੱਕਸ, ਬਟ ਵੈਨ ਐਵਰ ਆਈ ਗੈਟ ਫ੍ਰੀ ਟਾਈਮ ਆਈ ਲਾਈਕ ਟੂ ਰੀਡ ਈਸੋਪਸ ਫੇਬਲ। ਕਹਿੰਦਾ ਸਟੂਡੈਂਟ ਹੋਣ ਕਰਕੇ ਮੈਂ ਆਪਣੀ ਟੈਕਸਟ ਬੁੱਕਸ ਦੇ ਨਾਲ ਹੀ ਬਿਜ਼ੀ ਰਹਿੰਦਾ, ਬਟ ਜਦੋਂ ਮੈਨੂੰ ਫ੍ਰੀ ਟਾਈਮ ਮਿਲਦਾ ਮੈਂ ਈਸੋਪਸ ਫੇਬਲ ਨੂੰ ਰੀਡ ਕਰਦਾ। ਇਟ ਇਜ਼ ਅ ਕਲੈਕਸ਼ਨ ਆਫ ਅਬਾਊਟ 240 ਸ਼ਾਰਟ ਸਟੋਰੀਜ਼। In fact, a few fables are a part of my English course book and I found them quite compelling. Compelling means interesting. ਮੈਨੂੰ ਇਹ ਬੜੀਆਂ ਇੰਟਰਸਟਿੰਗ ਲੱਗੀਆਂ ਜੋ ਕੁਛ ਕੁ ਫੇਬਲਸ ਮੇਰੀ ਕੋਰਸ ਬੁੱਕ ਦਾ ਪਾਰਟ ਨੇ। ਸੋ ਟੂ ਰੀਡ ਸਮ ਮੋਰ ਫੇਬਲਸ ਆਈ ਪਰਚੇਜ਼ ਦਾ ਬੁੱਕ ਫਰੋਮ ਦਾ ਨੀਅਰ ਬਾਈ ਬੁੱਕ ਸਟੋਰ। ਕਹਿੰਦਾ ਮੈਂ ਬੜਾ ਇਹ ਤੋਂ ਮਤਲਬ ਇੰਪ੍ਰੈਸ ਹੋਇਆ ਜੋ ਆਪਣੀ ਕੋਰਸ ਬੁੱਕ ਦੇ ਵਿੱਚ ਜਦੋਂ ਫੇਬਲਸ ਰੀਡ ਕੀਤੀਆਂ, ਇਸ ਲਈ ਹੋਰ ਰੀਡ ਕਰਨ ਵਾਸਤੇ ਮੈਂ ਆਪਣੇ ਨੀਅਰ ਬਾਈ ਬੁੱਕ ਸਟੋਰ ਤੋਂ ਈਸੋਪਸ ਫੇਬਲ ਪਰਚੇਜ਼ ਕਰ ਲਈ। ਉਸ ਤੋਂ ਬਾਅਦ ਆਪਾਂ ਬੁੱਕ ਦੀ ਥੋੜ੍ਹੀ ਡਿਟੇਲ ਦਿੰਦੇ ਹਾਂ। ਦ ਬੁੱਕ ਹੈਜ਼ ਓਵਰ 300 ਪੇਜਸ ਐਂਡ 240 ਸਟੋਰੀਜ਼ ਐਜ਼ ਅ ਜਸਟ ਸੈਡ ਬਿਫੋਰ। ਕਹਿੰਦਾ ਇਹ 'ਚ ਆਲਮੋਸਟ 300 ਪੇਜ ਹੈਗੇ ਨੇ ਅਤੇ 240 ਦੀ ਸ਼ਾਰਟ ਸਟੋਰੀਜ਼ ਨੇ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ, ਪ੍ਰੋਪਰ ਦੱਸਿਆ ਨਾ 240 ਸ਼ਾਰਟ ਸਟੋਰੀਜ਼ ਨੇ, ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂਸ਼ਨ ਕਰ ਚੁੱਕਾ। ਐਂਡ ਐਵਰੀ ਟੇਲ ਇਜ਼ ਵੈਰੀ ਅਪੀਲਿੰਗ, ਅਤੇ ਹਰ ਇੱਕ ਜਿਹੜੀ ਟੇਲ ਹੈ, ਸਟੋਰੀ ਹੈ, ਉਹ ਬੜੀ ਅਪੀਲਿੰਗ ਹੈ, ਮੀਨਸ ਇੰਪ੍ਰੈਸਿਵ ਹੈ, ਇੰਟਰਸਟਿੰਗ ਹੈ। These fables are written by Aesop, a slave who believed to have lived in ancient Greece. ਜਿਹੜੀਆਂ ਫੇਬਲਸ ਨੇ ਮੰਨਿਆ ਜਾਂਦਾ ਕਿ ਈਸੋਪਸ ਨੇ ਲਿਖੀਆਂ ਸੀ, ਜੋ ਕਿ ਇੱਕ ਸਲੇਵ ਸੀ, ਗੁਲਾਮ ਸੀ, ਜਿਹੜਾ ਕਿ ਮੰਨਿਆ ਜਾਂਦਾ ਵੀ ਇਹ ਪੁਰਾਣੇ ਸਮੇਂ ਦੇ ਵਿੱਚ ਏਂਸ਼ੀਅਨ ਗ੍ਰੀਸ ਦੇ ਵਿੱਚ ਰਹਿੰਦਾ ਸੀ, ਉੱਥੋਂ ਦਾ ਏਂਸ਼ੀਅਨ ਗ੍ਰੀਸ ਦਾ ਵਸਨੀਕ ਸੀ। These are the short stories in which animal act and behave like human beings. ਬੇਸਿਕ ਜਿਹੜੇ ਐਨੀਮਲਸ ਨੇ ਉਹ ਹਿਊਮਨ ਬੀਇੰਗ ਦੀ ਤਰ੍ਹਾਂ ਬਿਹੇਵ ਕਰਦੇ ਆ ਔਰ ਉਹਨਾਂ ਦੀ ਤਰ੍ਹਾਂ ਹੀ ਐਕਟ ਕਰਦੇ ਆ, ਬਿਲਕੁਲ ਆਪਣੇ ਇਨਸਾਨਾਂ ਦੀ ਤਰ੍ਹਾਂ ਉਹ ਉਹਨਾਂ ਦੀ ਐਕਸ਼ਨ ਹੁੰਦੀ ਹੈ, ਉਹਨਾਂ ਦੀ ਟਾਕਿੰਗ ਹੁੰਦੀ ਹੈ। ਆਈ ਲਾਈਕ ਦਾ ਬੁੱਕ ਬਿਕੋਜ਼ ਆਫ ਇਟਸ ਹਿਲੇਰੀਅਸ ਟੋਨ। ਹਿਲੇਰੀਅਸ ਹੁੰਦਾ ਬੇਟਾ ਕਾਮਿਕ। ਕਹਿੰਦਾ ਮੈਨੂੰ ਇਹ ਬੁੱਕ ਕਿਉਂ ਪਸੰਦ ਹੈ? ਇਹਦੀ ਹਿਲੇਰੀਅਸ ਟੋਨ ਕਰਕੇ, ਜੋ ਇਹ 'ਚ ਕਾਮੇਡੀ ਅਮਿਊਜ਼ਮੈਂਟ ਹੈ, ਉਹਦੇ ਕਰਕੇ ਮੈਨੂੰ ਬਹੁਤ ਅੱਛੀ ਲੱਗਦੀ ਹੈ। ਐਂਡ ਮੋਰਲ ਲੈਸਨ, ਤੇ ਜੋ ਇਹ ਲੈਸਨਸ ਦਿੰਦੇ ਆ, ਆਪਾਂ ਨੂੰ ਸਿੱਖਿਆ ਦਿੰਦੇ ਆ। The dialogues of the animal characters arise a humor when they describe the different aspects of human nature. ਵੀ ਜਦੋਂ ਇਹਦੇ ਵਿੱਚ ਜਿਹੜੇ ਐਨੀਮਲ ਕਰੈਕਟਰ ਨੇ ਉਹ ਡਾਇਲੋਗ ਬੋਲਦੇ ਆ, ਅਤੇ ਉਹ ਡਾਇਲੋਗ ਕਾਹਦੇ ਵਾਸਤੇ ਬੋਲਦੇ ਆ? ਉਹ ਹਿਊਮਨ ਕਰੈਕਟਰ ਨੂੰ ਡਿਸਕਰਾਈਬ ਕਰਨ ਵਾਸਤੇ ਬੋਲਦੇ ਆ, ਤਾਂ ਉਹ ਇੱਕ ਤਰ੍ਹਾਂ ਦਾ ਅਮਿਊਜ਼ਮੈਂਟ, ਇੱਕ ਹਿਊਮਰ ਪੈਦਾ ਕਰਦੇ ਆ। I can't help laughing when I read the dialogue of a fox who is trying to befool a cock by saying, "Oh cock, oh dear cock, ਪਲੀਜ਼ ਕਮ ਡਾਊਨ ਦ ਟਰੀ। ਦੇਖੋ ਬੇਟਾ ਆ ਆਪਣੀ ਚੈਪਟਰ ਦੇ ਵਿੱਚ ਸੀਗੀ ਨਾ ਇਹ ਸਟੋਰੀ, ਕੌਕ ਐਂਡ ਦਾ ਫੌਕਸ ਵਾਲੀ। ਦੇਖੋ ਉੱਥੇ ਮੈਂ ਮਟੀਰੀਅਲ ਲਿਆ। ਦੇਖੋ ਕਹਿੰਦਾ ਮੈਂ ਆਈ ਕਾਂਟ ਹੈਲਪ ਲਾਫਿੰਗ, ਮੈਂ ਹੱਸੇ ਬਿਨਾਂ ਨਹੀਂ ਰਹਿ ਸਕਦਾ। ਜਦੋਂ ਆਪਾਂ ਇਹ ਗੱਲ ਕਹਿੰਦੇ ਨਾ ਪਰ ਮੈਂ ਕੰਮ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਾਂ ਨਹੀਂ ਰਹਿ ਸਕਿਆ, ਤਾਂ ਉਸ ਸਮੇਂ ਆਪਾਂ ਵਰਡ ਯੂਜ਼ ਕਰਦੇ ਹਾਂ ਕਾਂਟ ਹੈਲਪ ਲਾਫਿੰਗ ਵਨ ਆਈ ਰੀਡ ਦ ਡਾਇਲੋਗ ਆਫ ਦ ਫੌਕਸ ਹੂ ਇਜ਼ ਟਰਾਈਂਗ ਟੂ ਬਿਫੂਲ ਅ ਕੌਕ ਬਾਈ ਸੇਇੰਗ, ਓ ਕੌਕ, ਓ ਡੀਅਰ ਕੌਕ, ਪਲੀਜ਼ ਕਮ ਡਾਊਨ ਦ ਟਰੀ। I have a good news for you from now. From now on, all the foxes want to be friendly with all the cocks. So calm down. ਤਾਂ ਉਹਨੂੰ ਦੇਖੋ ਉਹ ਫਲੈਟਰ ਕਰਦੀ ਹੈ ਵੀ ਹੈ ਨਾ, ਹੁਣ ਵੀ ਆਪਾਂ ਸਾਰੇ ਫੌਕਸਸ ਹਾਂ, ਉਹ ਸਾਰੇ ਕੌਕਸ ਦੇ ਨਾਲ ਫਰੈਂਡਲੀ ਹੋਣਾ ਚਾਹੁੰਦੇ, ਇਸ ਲਈ ਤੂੰ ਨੀਚੇ ਆ ਜਾ। ਬਟ ਐਕਚੁਅਲੀ ਹੀ ਫੀਲਸ ਲਾਈਕ ਈਟਿੰਗ ਅ ਜੂਸੀ ਕੌਕ। ਦੇਖੋ ਬੇਟਾ ਜਦੋਂ ਹੁੰਦਾ ਵੀ ਉਹਦਾ ਆਹ ਚੀਜ਼ ਕਰਨ ਨੂੰ ਦਿਲ ਕਰਦਾ ਹੈ ਨਾ, ਉਹਦਾ ਕੌਕ ਖਾਣ ਨੂੰ ਜੀਅ ਕਰਦਾ, ਤਾਂ ਉਸ ਸਮੇਂ ਆਪਾਂ ਇਸ ਤਰ੍ਹਾਂ ਦਾ ਸੈਂਟੈਂਸ ਯੂਜ਼ ਕਰਦੇ ਹਾਂ, ਹੀ ਫੀਲਸ ਲਾਈਕ ਈਟਿੰਗ ਅ ਜੂਸੀ ਕੁੱਕ। ਤਾਂ ਉਹਦਾ ਦਿਲ ਤਾਂ ਕਰਦਾ ਹੁੰਦਾ ਮੈਂ ਇਸ ਜੂਸੀ ਕੁੱਕ ਨੂੰ ਖਾ ਜਾ, ਪਰ ਉਹਨੂੰ ਬੜਾ ਨਾ ਚੁਸਤੀ ਚਲਾਕੀ ਨਾਲ ਉਹਨੂੰ ਉਹ ਨੀਚੇ ਆਉਣ ਲਈ ਕਹਿੰਦੀ ਹੈ। ਥਸ ਈਸੋਪ ਸ਼ੋਜ਼ ਦਾ ਕਰੈਕਟਰ ਆਫ ਅ ਕਨਿੰਗ ਪਰਸਨ। ਇਸ ਤਰ੍ਹਾਂ ਇੱਕ ਕਨਿੰਗ ਚੁਸਤ ਚਲਾਕ ਪਰਸਨ ਦੀ ਉਹਨੇ ਕਰੈਕਟਰ ਸ਼ੋਅ ਕੀਤਾ ਇਨ ਅ ਕਾਮਿਕ ਵੇ, ਬੜੇ ਹੀ ਕਾਮਿਕ ਵੇ ਦੇ ਨਾਲ। ਵੈਨ ਐਵਰ ਆਈ ਫੀਲ ਸੈਡ ਆਈ ਪਿਕ ਦਾ ਬੁੱਕ ਐਂਡ ਰੀਡ ਸੱਚ ਫਨੀ ਸਟੋਰੀਜ਼। ਕਹਿੰਦਾ ਜਦੋਂ ਵੀ ਮੈਂ ਸੈਡ ਫੀਲ ਕਰਦਾ ਜਾਂ ਮੈਂ ਅਲੋਨ ਹੁੰਨਾ, ਉਸ ਸਮੇਂ ਬੁੱਕ ਨੂੰ ਚੱਕਦਾ ਅਤੇ ਇਸ ਤਰ੍ਹਾਂ ਦੀ ਫਨੀ ਸਟੋਰੀਜ਼ ਨੂੰ, ਇਸ ਤਰ੍ਹਾਂ ਦਾ ਡਾਇਲੋਗ ਨੂੰ ਰੀਡ ਕਰਦਾ, ਤਾਂ ਉਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਮੋਰ ਓਵਰ, ਇਸ ਤੋਂ ਇਲਾਵਾ ਆਈ ਰੀਡ ਦਾ ਬੁੱਕ ਬਿਕੋਜ਼ ਆਫ ਦ ਲੈਸਨਸ
ਗਿਵਨ ਐਟ ਦ ਐਂਡ ਆਫ ਐਵਰੀ ਸਟੋਰੀ। ਇਸ ਤੋਂ ਇਲਾਵਾ ਹਰ ਇੱਕ ਸਟੋਰੀ ਦੇ ਐਂਡ ਵਿੱਚ ਇੱਕ ਲੈਸਨ ਦਿੱਤਾ ਹੁੰਦਾ ਹੈ, ਇੱਕ ਸਿੱਖਿਆ ਦਿੱਤੀ ਹੁੰਦੀ ਹੈ। ਆਫਟਰ ਰੀਡਿੰਗ ਦ ਫੇਬਲਸ I have learned the importance of being kind, honest, selfless and truthworthy। ਕਹਿੰਦਾ ਕੀ ਹੁੰਦਾ ਹੈ, ਈਸੋਪਸ ਫੇਬਲ ਪੜ੍ਹਨ ਤੋਂ ਬਾਅਦ ਮੈਂ ਇਸ ਚੀਜ਼ ਨੂੰ ਸਮਝ ਪਾਇਆਗਾ ਕਿ ਬੀਇੰਗ ਕਾਇੰਡ, ਇੱਕ ਦਿਆਲੂ ਪਰਸਨ ਬਣ ਕੇ, ਇੱਕ ਓਨੈਸਟ ਪਰਸਨ ਬਣ ਕੇ, ਇੱਕ ਸੈਲਫਲੈਸ ਪਰਸਨ ਬਣ ਕੇ, ਇੱਕ ਟਰੁਥਵਰਥੀ ਪਰਸਨ ਬਣ ਕੇ ਇੱਕ ਉਹਦੀ ਕੀ ਇੰਪੋਰਟੈਂਸ ਹੈ, ਵਿਚ ਆਈ ਬਿਲੀਵ ਆਰ ਦ ਮੋਸਟ ਇੰਪੋਰਟੈਂਟ ਇਨ ਟੂਡੇਜ਼ ਲਾਈਫ। ਵੀ ਜੋ ਇਹ ਕੁਆਲਿਟੀਜ਼ ਨੇ ਹਿਊਮਨ ਦੇ ਵਿੱਚ ਵੀ ਉਹ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਨੇ। ਫੋਰ ਇੰਸਟੈਂਸ ਦ ਸਟੋਰੀ ਦ ਲਾਇਨ ਐਂਡ ਦ ਮਾਊਸ ਗਿਵਸ ਅ ਮੈਸੇਜ ਦੈਟ ਅ ਕਾਈਂਡਨੈਸ ਇਜ਼ ਨੈਵਰ ਵੇਸਟਡ। ਜਿਵੇਂ ਕਿ ਦੇਖੋ ਇੱਕ ਸਟੋਰੀ ਹੈ ਦ ਲਾਇਨ ਐਂਡ ਦ ਮਾਊਸ, ਆਪਾਂ ਸਭ ਨੇ ਪੜ੍ਹੀ ਹੋਈ ਹੈ ਨਾ, ਵੀ ਆਪਾਂ ਨੂੰ ਕੀ ਮੈਸੇਜ ਦਿੰਦੀ ਹੈ ਵੀ ਅ ਕਾਈਂਡਨੈਸ ਇਜ਼ ਨੈਵਰ ਵੇਸਟਡ, ਵੀ ਜਿਹੜੀ ਆਪਣੀ ਆਪਾਂ ਕਾਈਂਡਨੈਸ ਹੈ ਉਹ ਕਦੇ ਵੇਸਟ ਨਹੀਂ ਜਾਂਦੀ, ਉਹਦਾ ਆਪਾਂ ਨੂੰ ਅੰਤ ਵਿੱਚ ਡੂ ਗੁੱਡ ਹੈਵ ਗੁੱਡ, ਅੰਤ ਵਿੱਚ ਆ ਕੇ ਆਪਾਂ ਨੂੰ ਉਹਦਾ ਗੁੱਡ ਰਿਜ਼ਲਟ ਮਿਲਦਾ ਹੀ ਹੈ। ਇਨ ਸ਼ਾਰਟ, ਜੇ ਘੱਟ ਸ਼ਬਦਾਂ 'ਚ ਕਹਾਂ, ਰੀਡਿੰਗ ਦਿਸ ਬੁੱਕ ਹੈਜ਼ ਬਿਕਮ ਮਾਈ ਕੱਪ ਆਫ ਟੀ। ਕੱਪ ਆਫ ਟੀ ਦਾ ਮਤਲਬ ਹੁੰਦਾ ਮੇਰੀ ਫੇਵਰੇਟ ਚੀਜ਼ ਬਣ ਚੁੱਕਿਆ, ਮੇਰੀ ਪਸੰਦੀਦਾ ਚੀਜ਼ ਬਣ ਚੁੱਕਿਆ। ਇਹ ਇੱਕ ਈਡੀਅਮ ਹੈ ਜਿਹਦਾ ਮੀਨਿੰਗ ਹੁੰਦਾ ਵੀ ਇੱਕ ਫੇਵਰੇਟ ਚੀਜ਼ ਬਣ ਚੁੱਕਿਆ। ਠੀਕ ਹੈ, ਓਕੇ ਬੇਟਾ, ਹੈਵ ਅ ਨਾਈਸ ਡੇ।